खबर खास लेके हाजिर मैं यानी पुलंदर सिंह विरमानी। साल 1984 ਉਹ ਸਾਲ ਜਦੋਂ ਸਿਰਫ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲ ਹੀ ਨਹੀਂ ਲੋਕਤੰਤਰ ਦਾ ਕਤਲ ਕੀਤਾ ਗਿਆ। ਸਿੱਖ ਕੌਮ ਦੇ ਖਿਲਾਫ ਬਦਲੇ ਦੀ ਅੱਗ ਨੂੰ ਹਵਾ ਦਿੱਤੀ ਗਈ ਤੇ ਉਸਨੇ ਦੇਸ਼ ਭਰ ਵਿੱਚ 8000 ਤੋਂ ਵੱਧ ਸਿੱਖਾਂ ਨੂੰ ਆਪਣੀ ਜਦ ਵਿੱਚ ਲੈ ਲਿਆ। 34 ਸਾਲਾਂ ਦਾ ਸਮਾਂ ਲੰਘ ਚੁੱਕਿਆ ਤੇ ਹੁਣ ਸ਼ੁਰੂਆਤ ਹੋਈ ਹੈ ਪੀੜਤਾਂ ਨੂੰ ਇਨਸਾਫ ਦਿੱਤੇ ਜਾਣ ਦੀ। ਇਸੇ ਦੇ ਆਧਾਰ ਤੇ ਸਾਡੀ ਅੱਜ ਦੀ ਖਾਸ ਪੇਸ਼ਕਸ਼ ਆਖਰਕਾਰ ਇਨਸਾਫ। उन्नीस सौ 84 ਵਿੱਚ ਦਿੱਲੀ ਦੇ ਹਰ ਕੋਨੇ ਵਿੱਚ ਸਿੱਖਾਂ ਨੂੰ ਲੱਭ ਕੇ ਮੌਤ ਦੇ ਘਾਟ ਉਤਾਰਿਆ ਗਿਆ। ਇਸ ਦੌਰਾਨ ਮਹਿਪਾਲਪੁਰ ਵਿੱਚ ਵੀ ਦੋ ਸਿੱਖ ਭਰਾਵਾਂ ਨੂੰ ਭੀੜ ਨੇ ਆਪਣਾ ਸ਼ਿਕਾਰ ਬਣਾਇਆ। ਲੁੱਟ ਕੀਤੀ ਬੇਗੁਨਾਹ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਇਸ ਕੇਸ ਨੂੰ ਦਿੱਲੀ ਪੁਲਿਸ ਵੱਲੋਂ ਕਈ ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ, ਪਰ ਕੇਂਦਰ ਸਰਕਾਰ ਵੱਲੋਂ ਬਣਾਈ ਗਈ SIT ਨੇ ਇਸ ਕੇਸ ਨੂੰ ਅੰਜਾਮ ਤੱਕ ਪਹੁੰਚਾਇਆ ਤੇ ਹੁਣ ਦੋਸ਼ੀਆਂ ਲਈ ਮੰਗੀ ਜਾ ਰਹੀ ਹੈ ਸਜ਼ਾਏ ਮੌਤ। 34 ਸਾਲਾਂ ਦੀ ਉਡੀਕ ਸੀ, ਅੱਖਾਂ ਵਿੱਚ ਉਮੀਦ ਸੀ ਕਿ ਇਨਸਾਫ ਹੋਏਗਾ। 1984 ਦੀ ਸਿੱਖ ਨਸਲਕੁਸ਼ੀ ਦੌਰਾਨ ਦੱਖਣੀ ਦਿੱਲੀ ਦੇ ਮਹਿਪਾਲਪੁਰ ਵਿੱਚ ਬੇਦਰਦੀ ਨਾਲ ਕਤਲ ਕੀਤੇ ਗਏ ਦੋ ਸਿੱਖ ਹਰਦੇਵ ਸਿੰਘ ਅਤੇ ਅਵਤਾਰ ਸਿੰਘ ਦੇ ਪਰਿਵਾਰਾਂ ਦੇ ਜ਼ਖਮਾਂ ਤੇ 14 ਨਵੰਬਰ ਨੂੰ ਅਦਾਲਤ ਨੇ ਮੱਲਮ ਲਗਾਈ, ਜਦੋਂ ਦੋ ਮੁਲਜ਼ਮ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। 15 ਨਵੰਬਰ ਨੂੰ ਇੱਕ ਵਾਰ ਫੇਰ ਹਰ ਕਿਸੇ ਦੀਆਂ ਨਜ਼ਰਾਂ ਪਟਿਆਲਾ ਹਾਊਸ ਕੋਰਟ ਤੇ ਲੱਗੀਆਂ ਸਨ, ਜਿੱਥੇ ਦੋਸ਼ੀਆਂ ਦੀ ਸਜ਼ਾ ਤੇ ਬਹਿਸ ਚੱਲ ਰਹੀ ਸੀ। ਦੁਪਹਿਰ ਤਕਰੀਬਨ 2:20 ਤੇ ਦੋਸ਼ੀ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ ਕੋਰਟ ਰੂਮ ਵਿੱਚ ਲਿਆਇਆ ਗਿਆ। SIT ਦੇ ਵਕੀਲ ਨੇ 84 ਸਿੱਖ ਨਸਲਕੁਸ਼ੀ ਕਰਕੇ ਪੂਰੀ ਦੁਨੀਆ ਵਿੱਚ ਭਾਰਤੀ ਹੋਈ ਬੇਇੱਜ਼ਤੀ ਦਾ ਹਵਾਲਾ ਦਿੰਦਿਆਂ ਹੋਇਆਂ ਦੋਸ਼ੀਆਂ ਲਈ ਸਜ਼ਾਏ ਮੌਤ ਦੀ ਮੰਗ ਕੀਤੀ। SIT ਦੇ ਵਕੀਲ ਨੇ ਕਿਹਾ ਕਿ 84 ਵਿੱਚ ਸਿੱਖਾਂ ਦੇ ਘਰ ਸਾੜੇ ਗਏ ਤੇ ਇਹ ਦੰਗਾ ਨਹੀਂ ਕਤਲੇਆਮ ਸੀ। ਵਕੀਲ ਨੇ ਪੀੜਤਾਂ ਦੀ ਖਰਾਬ ਮਾਲੀ ਹਾਲਤ ਬਾਰੇ ਦੱਸਦਿਆਂ ਹੋਇਆਂ ਉਹਨਾਂ ਨੂੰ ਮੁਆਵਜ਼ੇ ਦੀ ਵੀ ਮੰਗ ਕੀਤੀ। ਇਸ ਤੋਂ ਬਾਅਦ ਜੱਜ ਨੇ ਪੀੜਤਾਂ ਤੋਂ ਮ੍ਰਿਤਕਾਂ ਦੇ ਕਾਰੋਬਾਰ ਬਾਰੇ ਜਾਣਕਾਰੀ ਲਈ। ਜੱਜ ਨੇ ਪੁੱਛਿਆ ਕਿ ਉਸ ਵੇਲੇ ਪੀੜਤਾਂ ਦੀਆਂ ਦੁਕਾਨਾਂ ਤੇ ਕਿਹੜਾ ਸਾਮਾਨ ਮੌਜੂਦ ਸੀ, ਉਸ ਦੀ ਕਿੰਨੀ ਕੀਮਤ ਸੀ, ਉਸ ਵਕਤ ਉਹਨਾਂ ਨੂੰ ਜੋ ਸੱਟਾਂ ਲੱਗੀਆਂ ਉਸ ਦਾ ਇਲਾਜ ਕਿੱਥੇ ਕਰਵਾਇਆ ਗਿਆ। ਉਸ ਤੋਂ ਬਾਅਦ ਦੋਸ਼ੀਆਂ ਦੇ ਵਕੀਲ ਨੇ ਨਰੇਸ਼ ਸਹਿਰਾਵਤ ਦੀ ਸਿਹਤ ਪਹਿਲਾਂ ਤੋਂ ਖਰਾਬ ਹੋਣ ਦੀ ਜਾਣਕਾਰੀ ਦਿੱਤੀ। ਜੱਜ ਨੇ ਦੋਸ਼ੀਆਂ ਤੋਂ ਉਹਨਾਂ ਦੇ ਪਰਿਵਾਰ ਕੰਮਕਾਜ ਬਾਰੇ ਵੀ ਕਈ ਸਵਾਲ ਕੀਤੇ। ਜੱਜ ਨੇ ਮੁਆਵਜ਼ੇ ਬਾਰੇ ਪੁੱਛਣ ਤੋਂ ਬਾਅਦ ਦੋਨਾਂ ਦੋਸ਼ੀਆਂ ਦੀ ਹੈਸੀਅਤ ਦੇ ਮੁਤਾਬਕ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ। ਇਸ ਤੋਂ ਬਾਅਦ ਜੱਜ ਨੇ ਪੀੜਤਾਂ ਤੋਂ ਪੁੱਛਿਆ ਕਿ ਉਹਨਾਂ ਨੂੰ ਪਹਿਲਾਂ ਕਦੋਂ ਅਤੇ ਕਿੰਨਾ ਮੁਆਵਜ਼ਾ ਮਿਲਿਆ। ਪੀੜਤਾਂ ਨੇ ਕੋਰਟ ਅੱਗੇ ਮੰਗ ਰੱਖੀ ਕਿ ਉਹਨਾਂ ਨੂੰ ਮੁਆਵਜ਼ਾ ਨਹੀਂ ਸਗੋਂ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਚਾਹੀਦੀ ਹੈ। ਇਸ ਤੋਂ ਬਾਅਦ ਹਰ ਕਿਸੇ ਨੂੰ ਉਮੀਦ ਸੀ ਕਿ ਸ਼ਾਇਦ ਅਦਾਲਤ ਦੋਸ਼ੀਆਂ ਦੀ ਸਜ਼ਾ ਦਾ ਐਲਾਨ ਕਰੇਗੀ, पर जज साहब ने फैसला सुरक्षित रखते हुए 20 नवंबर को सजा का ऐलान करने का अपना फैसला सुना दिता। ये रिजर्व कर दिया। सो आज जो आर्ग्यूमेंट होना था सेंटेंस के ऊपर वो कंप्लीट हो गया। सिर्फ डॉक्यूमेंट्स उन्होंने देने हैं, जो अक्यूज्ड हैं उन्होंने अपने ट्रीटमेंट के डॉक्यूमेंट देने हैं। और हमारे जो वकील हैं गुरबख्श सिंह, जो दिल्ली गुरुद्वारा कमेटी और अकाली दल को रिप्रेजेंट कर रहे हैं, हमने कैपिटल पनिशमेंट की डिमांड करी है कि सजाए मौत मिलनी चाहिए, क्योंकि ये रेयरेस्ट ऑफ द रेयर और बहुत ही घिनौना, ये दंगे नहीं थे, ये नरसिंहघाट था, ये जेनोसाइड। 233 लोग सरकार कहती है मरे हैं, हमारे हिसाब से सिर्फ दिल्ली में 5000 मरे हैं। तो अगर ये जेनोसाइड नहीं था कि 3 दिन के अंदर 5000 लोगों का कत्ल हो जाए, ये जेनोसाइड नहीं तो और क्या था। और दूसरी बात, अगर ये दंगे होते तो दूसरी तरफ के लोग भी मरते, उनमें कोई जख्मी नहीं है, एक ही तरफा सारी कार्रवाई हुई है। सो इट वाज जेनोसाइड, इट वाज कत्लेआम। और विक्टिम ने कंपनसेशन लेने से मना किया है। उन्होंने भी डिमांड की कि कैपिटल पनिशमेंट होनी चाहिए। 1984 ਵਿੱਚ ਮਹਿਪਾਲਪੁਰ ਵਿੱਚ ਕਤਲ ਕੀਤੇ ਗਏ ਹਰਦੇਵ ਸਿੰਘ ਦੇ ਭਰਾ ਸੰਤੋਖ ਸਿੰਘ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ 34 ਸਾਲਾਂ ਦੀ ਉਡੀਕ ਕੀਤੀ ਜਾ ਰਹੀ ਸੀ ਦੋਸ਼ੀਆਂ ਨੂੰ ਸਖਤ ਸਜ਼ਾ ਦੀ ਤਾਂ ਜੋ ਪੀੜਤਾਂ ਨੂੰ ਇਨਸਾਫ ਮਿਲ ਸਕੇ। ਹੈਰਾਨੀ ਦੀ ਗੱਲ ਇਹ ਹੈ ਕਿ SIT ਦੀ ਜਾਂਚ ਤੋਂ ਬਾਅਦ ਹੁਣ ਜਿਸ ਮਾਮਲੇ ਵਿੱਚ ਅਦਾਲਤ ਨੇ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ, ਉਸ ਨੂੰ ਸਾਲ 1994 ਵਿੱਚ ਸਬੂਤਾਂ ਦੀ ਘਾਟ ਕਰਕੇ ਦਿੱਲੀ ਪੁਲਿਸ ਵੱਲੋਂ ਬੰਦ ਕਰ ਦਿੱਤਾ ਗਿਆ ਸੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਨਸਾਫ ਦੀ ਜਿੱਤ ਕਰਾਰ ਦਿੰਦਿਆਂ ਹੋਇਆਂ ਕਿਹਾ, ਅੰਤ ਵਿੱਚ 1984 ਦੇ ਪੀੜਤਾਂ ਲਈ ਇੱਕ ਆਸ ਦੀ ਕਿਰਨ।
सबूत की अणहोंद करके दिल्ली पुलिस ने 1984 विच केस बंद कर दिता सी, पर दोषियों नूं सजावां दिवाउण लई साडी सरकार ने विशेष जांच टीम का गठन किया। जदों तक आखिरी कातल कटहरे विच नहीं आ जांदा, असीं आराम नाल नहीं बैठांगे। हरसिमरत कौर बादल ने कांग्रेस से हमेशा तो दोषियों नूं बचाउण दे इल्जाम लगाए ने। उन्हां कहा कि कमीशन बनाए जाने के बावजूद सिखां नूं FIR रजिस्टर करवाउण लई 9 साल की उड़ीक करनी पई। उस वेले दी कांग्रेस सरकार ने दिल्ली पुलिस नूं अपना हथियार बना के इस्तेमाल किया। इस लई हजारां सिखां दे कतल अते जख्मी होने के बावजूद सिर्फ 587 FIR दर्ज कीतियां गईयां। उन्हां विचों भी 241 नूं बगैर जांच ते ही बंद कर दिता गया। ते बाकी केसां दी कांग्रेस दे राज विच दिल्ली पुलिस ते CBI ने जांच नहीं की। 84 ਦੇ ਇੱਕ ਮਾਮਲੇ ਵਿੱਚ ਹੋਏ इंसाफ तो बाद ਹੁਣ ਉਹਨਾਂ ਹਜ਼ਾਰਾਂ ਪੀੜਤਾਂ ਦੇ ਮਨ ਵਿੱਚ ਵੀ ਆਸ ਜਾਗੀ ਹੈ ਕਿ 3 ਦਹਾਕਿਆਂ ਬਾਅਦ ਹੀ ਸਹੀ ਸ਼ਾਇਦ ਉਹਨਾਂ ਨੂੰ ਵੀ इंसाफ ਮਿਲੇਗਾ ਅਤੇ ਸਿੱਖ ਨਸਲਕੁਸ਼ੀ ਦੇ ਅਸਲੀ ਦੋਸ਼ੀਆਂ ਨੂੰ ਵੀ ਮਿਲੇਗੀ ਸਜ਼ਾ। ਜਸਮੀਤ ਸਿੰਘ ਦੇ ਨਾਲ ਹਰਪ੍ਰੀਤ ਸਿੰਘ ਬੰਦਸ਼ਾ, PTC ਨਿਊਜ਼, ਦਿੱਲੀ। अदालत की सुनवाई तो बाद कुछ होर ही तस्वीर वेखण नूं मिली। जी हां, जदों DSG-MC के जनरल सकत्तर मनजिंदर सिंह सिरसा की दोषियों के समर्थकों नाल भिड़ंत हो गई। सिरसा का इल्जाम है कि दोषियों के समर्थक भड़काऊ बयानबाजी कर रहे सन और कह रहे सन कि वह सिखां नूं 84 दोबारा याद करवा देणगे। इन्हां तस्वीरां ने 84 के उन्हां जख्मां नूं ताज़ा कर दिता है जिन्हां नूं भरन दी उड़ीक हर सिख 34 सालां तों कर रहा है। तस्वीरां दिल्ली के पटियाला हाउस कोर्ट दियां ने, जिथे 1984 च सिखां दे कतल दे 2 दोषियां नूं सज़ा ते फैसला सुरक्षित रखे जाण तो बाद लिजाया जा रहा सी तां दोषियां दे हिमायतियां ते दिल्ली कमेटी के जनरल सकत्तर मनजिंदर सिंह सिरसा विचाले कोर्ट रूम के बाहर ही झड़प हो गई। सिरसा ने इल्जाम लाया कि दोषियां दे हिमायती भड़काऊ बयानबाजी कर रहे सन ते उन्हां ने 84 नूं दोहराउण ते सिखां नूं सबक सिखाउण दी गल कही सी, जिस करके उन्हां दा गुस्सा 7वें आसमान ते पुज गया। 34 साल से इंसाफ नहीं मिला और 34 साल बाद अगर कोई गुंडागर्दी करेगा उनके साथ जिस तरह से वो गुंडे लेके आए हैं, आप देखिए वीडियोग्राफी में, और जिस तरह से वो नारे लगा रहे हैं और 1984 फिर से याद करा देंगे, हम लोगों कोई काहिर नहीं है कि हम वहाँ चूड़ियाँ डालकर खड़े रहें। कोर्ट के अंदर इस तरह के गुंडे लेके आना मैनूं समझ नहीं आया कि किस तरह का वाजिफा किस तरह जस्टिफाई किया जा सकता है। गुंडे नाल लेके आना और बुरशागर्दी आके अंदर कोर्ट अंदर करनी, धमकियां देनियां, विटनेस नूं धमकियां देनियां, बर्दाश्त नहीं किया जा सकता। 84 नस्लकुशी के पीड़िता ने भी अपनी जान नूं खतरा दसदे हुए सुरक्षा की मांग की है। हमारे तो अटैक उन्होंने किया, तो इसका हम भी मर सकते थे, इस करके कोर्ट के अंदर से इसका बचाव हो गया। हमारे साथियों के ऊपर अटैक किया, उन्होंने बचाव हो गया। हम तो कोई नारेबाजी नहीं की, हमारे पर हमारे साथियों पर उन्होंने मारा पीटा, आज फिर हमला किया है, आज भी उसी तरह हमारे पर हमला किया है मारने के लिए उनको। कोर्ट रूम के बाहर दोषियों के हिमायतियां अते इंसाफ मांग रहे सिखां विचाले झड़प ना सिर्फ सुरक्षा इंतजामां ते सवाल खड़े करती है, सगों कतल के दोषी करार दिते जाण दे बावजूद उन्हां दे हिमायतियां दे बुलंद हौसलियां दा भी सबूत पेश करती है, जिन्हां नूं अजे भी कानून दा कोई खौफ नहीं। जसमीत सिंह दे नाल हरप्रीत सिंह बंदेशा, PTC न्यूज़, दिल्ली। कोर्ट रूम के बाहर दोषियों ते हिमायतियां वालों की गई हिमाकत तो बाद दिल्ली कमेटी वालों मंग की जा रही है कि 20 नवंबर को कोर्ट विच सख्त सुरक्षा के इंतजाम किए जाण। दिल्ली कमेटी के मैंबर कुलदीप सिंह भोगल नाल खास गलबात की साडे सहयोगी जसमीत सिंह ने। सरदार कुलदीप सिंह भोगल साडे नाल ने, अदालत की कार्रवाई के दौरान मौजूद रहे ने। भोगल साहब, की अंदर का पूरा घटनाक्रम रहा जो तकरार की स्थिति पैदा हुई है? देखो, असी ना इत्थे 11 साढ़े 11 बजे पहुँच गए सी, मगर असी जो अंदर दे हालात देख रहे सी उहदे विच इह सी कि लोग वो लगदे सी बदमाश, ਜਿਹੜੇ ਬੰਦੇ ਆਏ ਇਹਨਾਂ ਦੇ ਰਿਸ਼ਤੇਦਾਰ ਹੋਣ ਕੇ ਉਹਨਾਂ ਨੇ ਕਾਲੇ ਰੁਮਾਲ ਇੱਥੇ ਬੰਦੇ ਹੋਏ ਸੀ हैं जी, और नाल ही उन्होंने ਜਿਹੜੇ ਬੰਦੇ ਸੀ जिन बौंसल टैप होंगे बई सानू अज मारन वास्ते आए हैं। लगातार ये 30-40 बंदे थले सी उत्ते सी, इन्होंने पूरा ये किया सी कि अज अगर अज कोई सज़ा होंदी है इन्हों या फांसी का हुक्म होंदा है तो असी बिल्कुल इत्थे रोला पा देंगे, क्योंकि इन्होंने अगे भी यही काम किया। असी कुछ नहीं किया, असी खड़े सी, इन्होंने सानू टोंट कसी, अरे कुछ नहीं हुआ देख लेंगे, आगे भी मारा है और भी मारेंगे। इन्होंने कहा सी कि बोलते पे हो, सानू पुलिस ने धक्का दिता, मैनू ते मनजिंदर सिंह सरसा नू। असी ते जा रहे सी
ਮਗਰ ਇਹਨਾਂ ਨੇ ਧੱਕਾ ਦੇ ਕੇ ਪੁਲਿਸ ਜਿਹੜੀ ਸੀ ਉਹਨਾਂ ਦੇ ਨਾਲ ਸੀ। ਪੁਲਿਸ ਮੂਕ ਦਰਸ਼ਕ ਬਣੀ ਗਈ ਔਰ ਜਿਹੜੇ ਬੰਦੇ ਹਨ ਅਸੀਂ ਪਛਾਣਦੇ ਹਾਂ। ਔਰ ਉਸ ਤੋਂ ਬਾਅਦ ਜਦ ਅਸੀਂ ਥੱਲੇ ਆਏ, ਥੱਲੇ ਅਸੀਂ ਦੇਖਿਆ ਫਿਰ ਪੁਲਿਸ ਖੜੀ ਸੀ, ਅਸੀਂ ਖੜੇ ਸੀ ਸਾਹਮਣੇ, ਉਹ ਸਾਡੀਆਂ ਵੀਡੀਓ ਬਣਾ ਰਹੇ ਸੀ। ਉਹ ਇਸ ਵਜ੍ਹਾ ਨਾਲ ਬਣਾ ਰਹੇ ਸੀ ਕਿ ਇਹਨਾਂ ਬੰਦਿਆਂ ਨੂੰ ਪਛਾਣੋ ਔਰ ਇਹਨਾਂ ਬੰਦਿਆਂ ਨਾਲ ਵੀ ਉਹ ਅਸ਼ਰ ਕਰਾਂਗੇ ਜੋ ਅਸੀਂ 84 'ਚ ਕੀਤਾ ਹੈ। ਮੇਰੀ ਸਰਕਾਰ ਅੱਗੇ ਮੰਗੇ, ਇੱਥੇ ਦੇ ਪੁਲਿਸ ਕਮਿਸ਼ਨਰ ਅੱਗੇ ਮੰਗੇ ਕਿ ਇਹ ਜਿਹੜੇ ਲੋਕ ਸੀ ਇਹਨਾਂ ਦੀ ਪਛਾਣ ਕੀਤੀ ਜਾਏ ਔਰ 20 ਤਰੀਕ ਨੂੰ ਇੱਥੇ ਬੰਦੋਬਸਤ ਕੀਤੇ ਜਾਣ, ਕਿਉਂਕਿ ਇਹ ਨਾ ਹੋਵੇ ਕੱਲ੍ਹ ਇਹ ਬੰਦੇ ਸਾਡੇ ਤੇ ਹੀ ਸਰਸਾ ਤੇ ਮੇਰੇ ਤੇ ਸਾਡੇ ਨਾਲ ਹੋਰ ਬੰਦੇ ਸੀ ਉਹਨਾਂ ਤੇ ਅਟੈਕ ਕਰ ਦੇਣ। ਸੋ ਬਿਲਕੁਲ ਕੁਲਦੀਪ ਸਿੰਘ ਭੋਗਲ ਸੁਣਿਆ ਤੁਸੀਂ ਕੀ ਉਹਨਾਂ ਨੂੰ ਨੇ ਦੱਸਿਆ ਕਿ ਨਸਲੀ ਨਾਅਰੇਬਾਜ਼ੀ ਕੀਤੀ ਗਈ, ਜਿਸ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਹੋਇਆ। ਕੈਮਰਾ ਪਰਸਨ ਸੰਤੋਸ਼ ਦੇ ਨਾਲ ਜਸਮੀਤ ਸਿੰਘ, PTC ਨਿਊਜ਼ ਦਿੱਲੀ। ਖਬਰ ਖਾਸ ਵਿੱਚ ਹਾਲਾਂ ਸਮਾਂ ਚਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਤੁਹਾਨੂੰ ਵਿਖਾਵਾਂਗੇ ਕਿ ਆਖਰਕਾਰ ਪੀੜਤ ਪਰਿਵਾਰ ਕੋਰਟ ਤੋਂ ਕੀ ਮੰਗ ਕਰ ਰਹੇ ਨੇ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਛੇਤੀ ਵਾਪਸ ਆ ਰਹੇ। ब्रेक तो बाद एक बार फिर थोड़ा स्वागत है। तुम वेख रहे हो साड़ी खास पेशकश आखिरकार इंसाफ। पीड़त परिवार ने अदालत विच मुआवजा लैण तो साफ इनकार कर दिता है। उन्होंने मंग की है कि दोषियों को फांसी की सजा दी जाए, यही उन्हों का असल मुआवजा होएगा। पीड़त परिवार नाल खास गलबात की साडे सहयोगी जसमीत सिंह ने। की अंदर आज दी कोर्ट की स्थिति रही, तुसीं अंदर मौजूद रहे हो, की कुछ रहा? हम तो जो अंदर थे, जो जज बोल रहे थे उनको 20 तारीख को दिया है, जो भी फैसला करेंगे सही करेंगे। हम तो बोला हमें पैसा नहीं चाहिए, हमें फांसी चाहिए। फांसी की मांग की, मुआवजे की नहीं मांग की, लंबा समा तुसी लड़ाई लड़ी है, किस तरह लग रहा है कि सख्त फैसला अदालत ले सकती है? तुसी अपना मुआवजा लैण तो भी मना कर दिता। जो हुण बीत गया वो तो बीत गया है, जो हुण आगे चलना है वो आगे सोच के चलेंगे। जो फांसी होगी तो सबको इनाम मिल गया समझो। पर कितना टाइम तुसी लड़ाई लड़ी है? की घटनाक्रम से उदों 84 का जिहड़ा तुसी अपने देखा? जो इंदिरा गांधी का होया था उसके बाद सखोन को सारों को मारा था। हाँ जी, होर भी मैंबर मौजूद ने, उन्होंने नाल गल करते हैं जो पीड़ित परिवार दे ने की पूरा घटनाक्रम रहा, अदालत ने फैसला रिजर्व रख दिता, की उम्मीद है? तो मेरे पास वैसे जब फांसी होनी चाहिए, सरकार सानू मुआवजा नहीं चाहिए, सर फांसी चाहिए। कोर्ट लंबा खिंची जाती है, आज फांसी हो जानी चाहिए सी। और तुसी अपने अखी देखिया की घटनाक्रम रहा, लंबा समा तुसी लड़ाई भी लड़ी है? 34 साल असीं लड़ाई लड़ी है, साडा घर-बार सारा तबाह हो गया है, असीं सब जख्मी हो गए, अब तो घरों बेकार हो गए, रुल गए हैं, बहुत औखे दिन कट्टे आ, जिस करके सानू फांसी चाहिए। जिन्हां ने इन्ना दर्द जिहड़ा हटाया, उन्होंने साफ किया कि सानू मुआवजा नहीं चाहिए, जिहड़ी असीं फांसी की मांग की है। तुसीं मौजूद रहे हो, की कुछ मांग की अदालत? ਅਸੀਂ ਘੱਟੋ ਘੱਟ ਅਸੀਂ ਫਾਂਸੀ ਦੀ ਮੰਗ ਕੀਤੀ, ਅਸੀਂ ਪੈਸੇ ਦੀ ਨਹੀਂ ਮੰਗ ਕੀਤੀ। ਅਸੀਂ ਕਿ ਸਾਨੂੰ ਮਾਇਆ ਨਹੀਂ ਚਾਹੀਦੀ, ਅੱਗੇ 34 ਸਾਲ ਦਾ ਅਸੀਂ ਆਪਣਾ ਗੁਜ਼ਾਰਾ ਕਰਦੇ ਹੀ ਔਖੇ ਸੌਖੇ, ਤਾਂ ਬਾਕੀ ਅਸੀਂ ਹੁਣ ਜਿੱਥੇ 34 ਸਾਲ ਗੁਜ਼ਾਰੇ ਤੇ ਉੱਥੇ ਘੱਟੋ ਘੱਟ ਅਸੀਂ ਫਾਂਸੀ ਤੋਂ ਘੱਟ ਸਜ਼ਾ ਨਹੀਂ ਮਨਜ਼ੂਰ ਕਰਦੇ। ਤਾਂ ਜਿਹੜੇ ਸਾਡੇ ਬੰਦਿਆਂ ਨਾਲ ਉਹਨਾਂ ਧੱਕਾਸ਼ਾਹੀ ਕੀਤਾ, ਕੁੱਟਮਾਰ ਕੀਤੀ, ਤਾਂ ਉਹਨਾਂ ਨੂੰ ਚਾਹੁੰਦੇ ਆ ਉਹਨਾਂ ਨੂੰ ਵੀ ਸਜ਼ਾ ਮਿਲ ਜਾਵੇ, ਉਹਨਾਂ ਫੜ ਕੇ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਵੇ। ਜਿਹੜੇ ਸਾਡੇ ਦੋ ਬਗੈਰ ਜਿਹੜੇ ਮੰਤਰੀ ਰਹਿ ਗਏ ਸੀ JP ਸਿੰਘ, ਉਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਉਹਨੂੰ ਵੀ ਸਜ਼ਾ ਦਿੱਤੀ ਜਾਵੇ, ਉਹਨਾਂ ਦਾ ਬਰਾਬਰ ਵੀ। ਅਦਾਲਤ ਨੇ ਫੈਸਲਾ ਹੁਣ 20 ਤਰੀਕ ਲਈ ਰਿਜ਼ਰਵ ਰੱਖ ਲਿਆ, ਕੀ ਲੱਗਦਾ ਕਿਸ ਤਰ੍ਹਾਂ ਦਾ ਫੈਸਲਾ ਆ ਸਕਦਾ, ਕਿਉਂਕਿ ਲੰਬਾ ਸਮਾਂ ਤੁਸੀਂ ਲੜਾਈ ਲੜੀ ਹੈ? ਹੁਣ ਅਸੀਂ ਹੁਣ ਜੱਜ ਦੇ ਦਿਲ ਦਾ ਕਹਿ ਨਹੀਂ ਸਕਦੇ, ਤਾਂ ਬਾਕੀ ਹੁਣ ਆਸ ਹੈ ਸਾਡੇ ਫੈਸਲਾ ਸਾਡੇ ਹੱਕ 'ਚ ਦੇਵੇਗੀ। ਤਾਂ 20 ਤਰੀਕ 2 ਤਰੀਕ ਦਿੱਤੀ ਹੈ, ਹੁਣ ਕੁਛ ਨਹੀਂ ਅਸੀਂ ਜੱਜ ਸਾਹਿਬ ਦਾ ਕਹਿ ਸਕਦੇ ਹਾਂ। कोर्ट विच मौजूद दिल्ली कमेटी की लीगल सैल के इंचार्ज जसविंदर सिंह जौहरी ने दावा किया कि दोषियों के वकीलों वालों कोर्ट को गुमराह करने की कोशिश की गई, इसलिए सज़ा का ऐलान 20 तारीख तक टाल दिता गया। उन्होंने खास गलबात की साडे सहयोगी हरप्रीत सिंह बंदेशाह ने। 1984 के मामले अज पटियाला कोर्ट के सुनवाई हुई। मेरा नाम जेस जौली मौजूद है। जौली साहब की रहा हूँ कोर्ट के अज सज़ा सुनाई जानी सी इस मसले से, बड़ी उम्मीद सी, बहुत ध्यान सीगा सारिਆਂ ਦਾ। वर्ल्ड वाइड सिखां दे फोन आ रहे हैं, मैसेज आ रहे हैं कि 34 साल बाद 2 बंदे जिहड़े ने 1984 के फड़े गए हैं, जिन्हां दे उत्ते गल बिल्कुल क्लीयर फैसला SIT के केस खुलण तो बाद आया है। लेकिन जज साहब नूं कोर्ट नूं मिसगाइड करने की कोशिश वकील उन्होंने अपोजिट कर रहे थे कि इसके लीवर का ऑपरेशन हुआ है, अभी इसके लीवर के सर्जरी हुई है, इलाज में ये सारे कागज़ हमें देने हैं। तो जज ने उन्होंने कुछ टाइम दिता, लेकिन 20 तारीख 2 बजे ऑर्डर रिजर्व करके जजमेंट सुना देनी। पूरी सुनवाई के दौरान अंदर मौजूद सी, जिस तरीके नाल जज साहब चाहे मुआवजे की गल होवे या उन्होंने पीड़ित परिवारों की की उस वेले हालात सी, उन्होंने सारियां चीज़ों देखा, किवें देखते हो? देखो यह पार्ट ऑफ लॉ है, जिस समय सारी गल होंदी है, जज बड़े सारे सवाल करते हैं। उन्होंने कंपनसेशन की गल की,
ਵਿਕਟਿਮਸ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ। ਉਹਨਾਂ ਨੇ ਕਿਹਾ ਸਾਨੂੰ 1 ਰੁਪਿਆ ਨਹੀਂ ਚਾਹੀਦਾ, ਸਾਨੂੰ ਸਿਰਫ ਇੱਕ ਹੀ ਚੀਜ਼ ਚਾਹੀਦੀ ਹੈ, ਉਹ ਹੈ ਫਾਂਸੀ। ਇਹ ਗੱਲ ਕਲੀਅਰ ਉਹਨਾਂ ਨੇ ਕੋਰਟ 'ਚ ਰੱਖੀ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਵਕੀਲ ਜਿਹੜੇ ਨੇ ਉਹਨਾਂ ਨੇ ਵੀ ਇਹ ਗੱਲ ਰੱਖੀ ਹੈ ਕਿ ਕੈਪੀਟਲ ਪਨਿਸ਼ਮੈਂਟ ਇਸ 'ਤੇ ਫਾਂਸੀ ਦੀ ਡਿਮਾਂਡ ਕੀਤੀ ਜਾਂਦੀ ਹੈ। ਹੁਣ ਕੋਰਟ ਇਸ 'ਤੇ ਕੀ ਫੈਸਲਾ ਦਿੰਦੀ ਹੈ 20 ਤਰੀਕ ਨੂੰ, ਬਟ ਮੈਂ ਕੋਰਟ ਦਾ ਤੁਹਾਨੂੰ ਇੱਕ ਗੱਲ ਦੱਸਦਾ ਕਿ ਕੋਰਟ ਇਸ ਗੱਲ 'ਤੇ ਬਿਲਕੁਲ ਪੱਕੀ ਹੈ। ਮੈਂ ਸਮਝਦਾ ਘੱਟੋ ਘੱਟ ਉਮਰ ਕੈਦ ਤੇ ਹੈ ਹੀ ਹੈ, ਲੇਕਿਨ ਫਾਂਸੀ ਹੋਣੀ ਚਾਹੀਦੀ ਹੈ। ਜਿਸ ਤਰੀਕੇ ਦਾ ਹੁਣੀ ਥੋੜੀ ਦੇਰ ਪਹਿਲਾਂ ਇੱਕ ਦੇਖਣ ਨੂੰ ਮਿਲਿਆ ਕਿ ਜਿਸ ਤਰੀਕੇ ਦਾ ਮਾਹੌਲ ਬਣਿਆ, ਮਾਰਪੀਟ ਵਾਲੀ ਗੱਲ ਵੀ ਸਾਹਮਣੇ ਆ ਰਹੀ ਹੈ, ਕੀ ਹੋਇਆ ਕੀ ਐਗਜ਼ੈਕਟਲੀ ਉੱਥੇ? ਦੇਖੋ, ਇਹ ਉਹੀ ਕਾਂਗਰਸ ਦੇ ਜਿਹੜੇ ਭੇਜੇ ਹੋਏ ਗੁੰਡੇ ਸੀ ਜਿਨ੍ਹਾਂ ਨੇ ਮਾਹੌਲ ਖਰਾਬ ਕੀਤਾ, ਬਾਹਰ ਆ ਕੇ ਉਹਨਾਂ ਨੇ ਖਰਾਬੀ ਕੀਤੀ ਹੈ। ਔਰ ਉਹ ਯਸ਼ਪਾਲ ਕਿੱਥੇ ਜਾ ਰਿਹਾ ਸੀ, ਉਹਨੇ ਕੋਈ ਕਮੈਂਟ ਕੀਤਾ ਹੈ ਸਿੱਖਾਂ ਨੂੰ 84 ਬਾਰੇ ਕੋਈ ਗੱਲ ਕਰਦਾ ਹੋਇਆ, ਬੋਲਦਾ ਹੋਇਆ ਉੱਥੇ ਨਿਕਲ ਗਿਆ, ਤੇ ਉਹਦੇ ਵਿੱਚ ਧੱਕਾ ਮੁੱਕੀ ਹੋਈ ਹੈ, ਜਿਹੜਾ ਜੋ ਮਾਹੌਲ ਖਰਾਬ ਹੋਇਆ ਤੁਹਾਡੇ ਸਾਹਮਣੇ। ਲੇਕਿਨ ਸਾਰਾ ਦਾ ਸਾਰਾ ਕਾਂਗਰਸ ਦੇ ਵਰਕਰ ਨੇ, ਕਾਂਗਰਸ ਦੀ ਟੀਮਾਂ ਜਿਹੜੇ ਉੱਤੇ ਖੜੀਆਂ ਇਲਾਕੇ ਦੇ ਬਲਾਕ ਦੇ ਲੋਕਲ ਮਹੀਪਾਲਪੁਰ ਸਾਈਡ ਦੇ ਉਸ ਏਰੀਆ ਦੇ ਸਾਰੇ ਬੰਦੇ। 1984 ਦੇ ਜਿਸ ਕੇਸ ਨੇ ਹਜ਼ਾਰਾਂ ਪੀੜਤਾਂ ਦੇ ਦਿਲਾਂ ਵਿੱਚ ਇਨਸਾਫ ਦੀ ਉਮੀਦ ਜਗਾਈ ਹੈ, ਆਖਰ ਉਹ ਮਾਮਲਾ ਸੀ ਕੀ? ਆਓ ਵੇਖਦੇ ਹਾਂ ਇਸ ਖਾਸ ਰਿਪੋਰਟ ਦੇ ਜ਼ਰੀਏ। 1984 ਨਸਲਕੁਸ਼ੀ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ। 34 ਸਾਲ ਬਾਅਦ ਮਿਲਿਆ ਪੀੜਤਾਂ ਨੂੰ ਇਨਸਾਫ। ਪਟਿਆਲਾ ਹਾਊਸ ਕੋਰਟ ਨੇ 2 ਮੁਲਜ਼ਮਾਂ ਨੂੰ ਦਿੱਤਾ ਦੋਸ਼ੀ ਕਰਾਰ। ਸ਼੍ਰੋਮਣੀ ਅਕਾਲੀ ਦਲ ਦੀਆਂ ਕੋਸ਼ਿਸ਼ਾਂ ਲਿਆਈਆਂ ਰੰਗ। 84 ਸਿੱਖ ਨਸਲਕੁਸ਼ੀ ਮਾਮਲੇ 'ਚ ਆਖਰਕਾਰ 34 ਸਾਲਾਂ ਬਾਅਦ ਪਟਿਆਲਾ ਹਾਊਸ ਕੋਰਟ ਨੇ ਵੱਡਾ ਫੈਸਲਾ ਸੁਣਾਉਂਦਿਆਂ 2 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ। ਅਦਾਲਤ ਨੇ ਨਰੇਸ਼ ਸਹਿਰਾਵਤ ਨੂੰ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਯਸ਼ਪਾਲ ਸਿੰਘ ਨੂੰ ਵੀ ਦੋਸ਼ੀ ਕਰਾਰ ਦਿੱਤਾ। ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ ਅਦਾਲਤ ਨੇ ਧਾਰਾ 452, 302, 307, 324, 395 ਅਤੇ 436 ਦੇ ਤਹਿਤ ਦੋਸ਼ੀ ਐਲਾਨਿਆ ਹੈ। ਦਰਅਸਲ ਪੂਰਾ ਮਾਮਲਾ 1 ਨਵੰਬਰ 1984 ਦਾ ਹੈ। ਮਹਿਲਪੁਰ ਇਲਾਕੇ 'ਚ ਹਰਦੇਵ ਸਿੰਘ ਅਤੇ ਅਵਤਾਰ ਸਿੰਘ ਦਾ ਕਤਲ ਹੋਇਆ ਸੀ। 800 ਤੋਂ ਵੱਧ ਲੋਕਾਂ ਦੀ ਹਥਿਆਰਾਂ ਨਾਲ ਲੈਸ ਭੀੜ ਨੇ ਮਹਿਪਾਲਪੁਰ 'ਚ ਸਿੱਖ ਦੁਕਾਨਦਾਰਾਂ ਤੇ ਹਮਲਾ ਕਰ ਦਿੱਤਾ ਸੀ। ਭੀੜ ਨੂੰ ਆਪਣੇ ਵੱਲ ਆਉਂਦਾ ਵੇਖ ਪੀੜਤ ਆਪਣੀ ਦੁਕਾਨ ਬੰਦ ਕਰ ਸੁਰੱਖਿਅਤ ਥਾਂ ਵੱਲ ਭੱਜੇ। ਲੁੱਟ ਕਰਨ ਮਗਰੋਂ ਭੀੜ ਵੱਲੋਂ ਕੈਰੋਸਿਨ ਪਾ ਕੇ ਦੁਕਾਨਾਂ ਨੂੰ ਅੱਗ ਲਾ ਦਿੱਤੀ ਗਈ ਸੀ। ਪੀੜਤ ਸਿੱਖਾਂ ਤੇ ਹਮਲਾ ਕਰ ਉਹਨਾਂ ਨੂੰ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ ਗਿਆ। ਹਰਦੇਵ ਸਿੰਘ ਅਤੇ ਅਵਤਾਰ ਸਿੰਘ ਦੀ ਮੌਤ ਹੋ ਗਈ ਸੀ। ਜਾਂਚ ਰਿਪੋਰਟ ਮੁਤਾਬਕ ਹਰਦੇਵ ਸਿੰਘ ਦੀ ਲਾਸ਼ ਨੂੰ ਅਣਪਛਾਤੀ ਕਰਾਰ ਦੇ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਪ੍ਰਤੱਖਦਰਸ਼ੀਆਂ ਨੇ ਇਸ ਹਮਲੇ 'ਚ ਸ਼ਾਮਲ ਜੇਪੀ ਸਿੰਘ, ਨਰੇਸ਼ ਸਹਿਰਾਵਤ ਤੇ ਯਸ਼ਪਾਲ ਸਿੰਘ ਦੀ ਪਛਾਣ ਕੀਤੀ, ਜੋ ਭੀੜ ਦਾ ਹਿੱਸਾ ਸਨ। ਅਦਾਲਤ ਵੱਲੋਂ ਮੁਲਜ਼ਮਾਂ ਨੂੰ ਦੋਸ਼ੀ ਐਲਾਨੇ ਜਾਣ ਮਗਰੋਂ ਪੀੜਤ ਪਰਿਵਾਰਾਂ ਨੇ ਹੁਣ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਹੈ। 1984 ਸਿੱਖ ਨਸਲਕੁਸ਼ੀ ਮਾਮਲੇ 'ਚ ਸੈਂਕੜੇ ਸਿੱਖਾਂ ਨੂੰ ਬੇਦਰਦੀ ਨਾਲ ਮਾਰਿਆ ਗਿਆ, ਪਰ ਤਕਰੀਬਨ 3 ਦਹਾਕੇ ਬਾਅਦ ਹੁਣ ਜਾ ਕੇ ਪਹਿਲੀ ਵਾਰ ਅਦਾਲਤ ਨੇ ਇਸ ਮਾਮਲੇ 'ਚ 2 ਮੁਲਜ਼ਮਾਂ ਨੂੰ ਦੋਸ਼ੀ ਐਲਾਨਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਵਿਖਾਈ ਦੇ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਬਾਕੀ ਮਾਮਲਿਆਂ 'ਚ ਵੀ ਅਦਾਲਤ ਦੋਸ਼ੀਆਂ ਨੂੰ ਉਹਨਾਂ ਦੇ ਸਹੀ ਅੰਜਾਮ ਤੱਕ ਜ਼ਰੂਰ ਪਹੁੰਚਾਏਗੀ। ਪਟਿਆਲਾ ਹਾਊਸ ਅਜੇ ਪਾਂਡੇ ਜੀ ਸੈਸ਼ਨ ਜੱਜ ਨੇ ਜਿਹੜੇ ਉਹਨਾਂ ਨੇ 2 ਬੰਦਿਆਂ ਨੂੰ ਯਸ਼ਪਾਲ ਸਿੰਘ ਔਰ ਨਰੇਸ਼ ਸਹਿਰਾਵਤ ਜਿਹੜੇ 1984 ਦੇ ਕਤਲੇਆਮ ਦੇ ਵਿੱਚ ਇਨਵੋਲਵ ਸੀਗੇ। 2 ਭਰਾਵਾਂ ਦਾ ਕਤਲ ਹਰਦੇਵ ਸਿੰਘ ਔਰ ਅਵਤਾਰ ਸਿੰਘ ਦਾ ਹੋਇਆ ਸੀਗਾ ਔਰ ਬਾਕੀ ਭਰਾ ਸੰਗਤ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ ਉਹਨਾਂ ਦੇ ਪੜੋਸੀ, ਉਹਨਾਂ ਨੂੰ ਜ਼ਖਮੀ ਕਰਕੇ ਸੁੱਟ ਦਿੱਤਾ ਗਿਆ ਸੀਗਾ। ਇਹ FIR ਜਿਹੜੀ ਹੈ 1984 'ਚ ਹੋਣੀ ਚਾਹੀਦੀ ਸੀ, 1993 'ਚ ਹੁੰਦੀ ਹੈ। ਔਰ ਜਿਸ ਨੂੰ ਮੋਦੀ ਸਰਕਾਰ ਨੇ ਜਿਹੜੀ SIT ਬਣਾਈ ਸੀ ਉਸਨੇ ਖੋਲ੍ਹਿਆ। ਦਿੱਲੀ ਗੁਰਦੁਆਰਾ ਕਮੇਟੀ ਨੇ ਇਹ ਲੜਾਈ ਲੜੀ, ਸਾਡੇ ਵਕੀਲ ਗੁਰਬਖਸ਼ ਸਿੰਘ ਹੋਰਾਂ ਨੇ ਲੜਾਈ ਲੜੀ ਸੀ। ਸਾਡੀ ਅਪੀਲ ਹੈ ਕਿ ਇਸ ਨੂੰ ਸਜ਼ਾਏ ਮੌਤ ਇਹਨਾਂ ਦੋਵਾਂ ਨੂੰ ਹੋਣੀ ਚਾਹੀਦੀ ਹੈ ਤਾਂ ਕਿ ਬਾਕੀਆਂ ਨੂੰ ਸਮਝ ਆਵੇ ਕਿ ਉਹ ਬਚ ਨਹੀਂ ਸਕਣਗੇ, ਵੱਡੇ ਮਗਰਮੱਛਾਂ ਦੀ ਵੀ ਵਾਰੀ ਆਏਗੀ। ਇਹ 3 ਭਰਾ ਜਿਹੜੇ ਸਾਡੇ ਕੋਲ ਆਉਂਦੇ ਰਹੇ ਨੇ, ਜਿਨ੍ਹਾਂ ਦੇ ਕੇਸ ਅਸੀਂ ਲੜੇ ਨੇ, ਬੜੇ ਲਾਲਚ, ਬੜੀਆਂ ਧਮਕੀਆਂ ਦਿੱਤੀਆਂ ਗਈਆਂ ਪਰ ਇਹ ਡਰੇ ਨਹੀਂ। ਔਰ ਅੱਜ ਤੁਸੀਂ ਦੇਖੋ ਕਿ ਅੱਜ 2 ਬੰਦੇ ਪਹਿਲੀ ਦਫਾ 34 ਸਾਲ ਦੀ ਲੜਾਈ ਤੋਂ ਬਾਅਦ ਇਹ ਜਿਹੜੇ ਨੇ ਇਹਨਾਂ ਨੂੰ ਸਜ਼ਾਵਾਂ ਹੋਣੀਆਂ। ਤੱਥਾਂ ਦੇ ਆਧਾਰ ਤੇ ਤਕਰੀਬਨ 3 ਦਹਾਕੇ ਬਾਅਦ ਇੱਕ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਵੇਗੀ। ਪਰ ਉਡੀਕ ਬਾਕੀ ਪਰਿਵਾਰਾਂ ਨੂੰ ਵੀ ਹੈ ਜਿਨ੍ਹਾਂ ਨੇ ਕਤਲੇਆਮ ਦੌਰਾਨ ਆਪਣਿਆਂ ਨੂੰ ਗਵਾਇਆ। ਸੋ ਖਬਰ ਖਾਸ ਵਿੱਚ ਅੱਜ ਦੇ ਲਈ ਬਸ ਇੰਨਾ ਹੀ। ਇੱਥੇ ਮੈਨੂੰ ਯਾਨੀ ਭਲਿੰਦਰ ਸਿੰਘ ਵਿਰਮਾਨੀ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ, ਕਿਉਂਕਿ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।